ਸਤਿ ਸ਼੍ਰੀ ਅਕਾਲ ਜੀ। ਮੈਂ ਰਣਬੀਰ ਸਿੰਘ ਰਾਣਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਅੱਜ ਇੱਕ ਬਿਆਨ ਦਿੱਤਾ ਗਿਆ ਘੱਲੂਘਾਰਾ ਦਿਵਸ ਦੇ ਮੌਕੇ ਤੇ, ਜਿਸ ਤੋਂ ਬਾਅਦ ਸਿਆਸਤ ਵੀ ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ ਅੱਜ ਮੀਡੀਆ ਨਾਲ ਜਦੋਂ ਗੱਲਬਾਤ ਕਰ ਰਹੇ ਸੀਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਤਾਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਖਾਲਿਸਤਾਨ ਦੀ ਮੰਗ ਜਾਇਜ਼ ਹੈ, ਤਾਂ ਉਹਨਾਂ ਨੇ ਕਿਹਾ ਕਿ ਜੇ ਸਾਨੂੰ ਖਾਲਿਸਤਾਨ ਮਿਲ ਜਾਵੇ ਤਾਂ ਅੰਨਾ ਕੀ ਭਾਲੇ ਦੋ ਅੱਖਾਂ। ਮਤਲਬ ਉਹਨਾਂ ਨੇ ਸਵਾਗਤ ਕੀਤਾ ਇਸ ਗੱਲ ਦਾ ਕਿ ਜੇ ਖਾਲਿਸਤਾਨ ਮਿਲਦਾ ਹੈ ਤਾਂ ਉਹ ਸਵਾਗਤ ਕਰਨਗੇ। ਇਸ ਦੇ ਨਾਲ ਹੀ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਕੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣਾ ਜਾਇਜ਼ ਨੇ, ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣ ਦੇ ਵਿੱਚ ਕੁਝ ਵੀ ਗਲਤ ਨਹੀਂ ਹੈ। ਨੌਜਵਾਨ ਜੋਸ਼ ਦੇ ਵਿੱਚ ਆ ਕੇ ਨਾਅਰੇ ਲਾ ਦਿੰਦੇ ਨੇ ਤਾਂ ਇਸ ਦੇ ਵਿੱਚ ਕੁਝ ਵੀ ਗਲਤ ਨਹੀਂ ਹੈ। ਖਾਸ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਹਮੇਸ਼ਾ ਤੋਂ ਲੱਗਦੇ ਰਹੇ ਨੇ ਤਾਂ ਉਸ ਦਾ ਵਿਰੋਧ ਹੁੰਦਾ ਰਿਹਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਦੇ ਪਰਿਸਰ ਦੇ ਅੰਦਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਇਸ ਤਰ੍ਹਾਂ ਨਹੀਂ ਲੱਗਣੇ ਚਾਹੀਦੇ। ਪਰ ਇਸ ਵਾਰ ਸਿੰਘ ਸਾਹਿਬ ਨੇ ਕਿਹਾ ਕਿ ਜੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਨੇ ਤਾਂ ਨੌਜਵਾਨ ਜੋਸ਼ ਦੇ ਵਿੱਚ ਆ ਕੇ ਲਾਉਂਦੇ ਨੇ, ਇਸ ਦੇ ਵਿੱਚ ਕੁਝ ਵੀ ਗਲਤ ਨਹੀਂ ਹੈ। ਉਹਨਾਂ ਨੇ ਕਿਹਾ ਕਿ ਹਾਂ, ਸਮਾਗਮ ਦੇ ਦੌਰਾਨ ਜਦੋਂ ਕੁਝ ਗੱਲਬਾਤ ਹੋ ਰਹੀ ਹੋਵੇ, ਜਦੋਂ ਅਰਦਾਸ ਹੋ ਰਹੀ ਹੋਵੇ ਤਾਂ ਉਸ ਦੌਰਾਨ ਨਾਅਰੇ ਨਹੀਂ ਲਾਉਣੇ ਚਾਹੀਦੇ ਹੈਗੇ। ਇਸ ਤੋਂ ਬਿਨਾਂ ਇੱਕ ਹੋਰ ਸਵਾਲ ਵੀ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ 36 ਸਾਲਾਂ ਦੇ ਵਿੱਚ ਕੀ ਕੁਝ ਬਦਲਿਆ ਹੈ, 36 ਸਾਲਾਂ ਬਾਅਦ ਕੀ ਕੁਝ ਬਦਲਿਆ ਹੈ। ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਭਾਰਤ ਸਰਕਾਰ ਜਿਸ ਤਰੀਕੇ ਦੇ ਨਾਲ ਵਿਵਹਾਰ ਕਰਦੀ ਹੈ ਉਹ ਕਦੇ ਵੀ ਜਿਹੜਾ ਸਿੱਖ ਹਿਤੈਸ਼ੀ ਨਹੀਂ ਹੈਗਾ, ਸਿੱਖ ਵਿਰੋਧੀ ਉਹਨਾਂ ਨੂੰ ਲੱਗਦਾ ਹੈ ਕਿ ਜਿਹੜਾ ਵਿਤਕਰਾ ਹੈ ਉਹ ਸਿੱਖਾਂ ਦੇ ਨਾਲ ਹੁਣ ਵੀ ਕੀਤਾ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਇਸ ਤੋਂ ਬਾਅਦ ਸਿਆਸਤ ਜਿਹੜੀ ਹੈ ਉਹ ਜਾਰੀ ਹੈ। ਵਿਰੋਧੀ ਧਿਰਾਂ ਹੋਣ, ਚਾਹੇ ਅਕਾਲੀ ਦਲ ਹੋਵੇ, ਕਾਂਗਰਸ ਹੋਵੇ, ਭਾਜਪਾ ਹੋਵੇ, ਉਹਨਾਂ ਦੇ ਵੱਲੋਂ ਰਿਐਕਸ਼ਨ ਜਿਹੜੇ ਨੇ ਉਹ ਵੀ ਸਾਹਮਣੇ ਆ ਰਹੇ ਨੇ। ਸੋ ਜਿਸ ਢੰਗ ਦੇ ਨਾਲ ਸਿੰਘ ਸਾਹਿਬ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ, ਇਸ ਤੋਂ ਬਾਅਦ ਰਾਜਨੀਤੀ ਵੀ ਹੋ ਰਹੀ ਹੈ। ਸਾਡੇ ਨਾਲ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਪੋਕਸਪਰਸਨ ਰਮਨ ਸੁਬਰਾਮਨੀਅਮ ਜੀ ਮੌਜੂਦ ਨੇ ਫੋਨ ਲਾਈਨ ਤੇ, ਅਤੇ ਨਾਲ ਹੀ ਉਹ ਇੰਪਰੂਵਮੈਂਟ ਟਰਸਟ ਲੁਧਿਆਣਾ ਦੇ ਚੇਅਰਮੈਨ ਵੀ ਨੇ। ਰਮਨ ਜੀ, ਸਿੰਘ ਸਾਹਿਬ ਦੇ ਵੱਲੋਂ ਇੱਕ ਸਟੇਟਮੈਂਟ ਸਾਹਮਣੇ ਆਈ ਹੈ, ਬਿਆਨ ਸਾਹਮਣੇ ਆਇਆ, ਖਾਲਿਸਤਾਨ ਦਾ ਇੱਕ ਤਰ੍ਹਾਂ ਦੇ ਨਾਲ ਸਮਰਥਨ ਸਿੰਘ ਸਾਹਿਬ ਦੇ ਵੱਲੋਂ ਕੀਤਾ ਗਿਆ ਹੈ। ਕਾਂਗਰਸ ਦਾ ਰਿਐਕਸ਼ਨ ਕੀ ਹੈ ਇਸ ਤੇ? ਇੱਕ ਤਾਂ ਇਹ ਮੈਂ ਸਮਝਦਾ ਮੈਂ ਉਹਨਾਂ ਨੇ ਆਪਣੀ ਮਰਿਆਦਾ ਦਾ ਉਲੰਘਣ ਕੀਤਾ ਹੈਗਾ ਜੀ। ਉਹਨਾਂ ਨੂੰ ਇਹ ਬਿਲਕੁਲ ਖਾਲਿਸਤਾਨ ਦਾ ਇੱਕ ਰਾਜਨੀਤਿਕ ਮੁੱਦਾ ਵਾ, ਇੱਕ ਸਿਰਫ ਧਾਰਮਿਕ ਮੁੱਦਾ ਨਹੀਂ ਹੈਗਾ ਵਾ ਜੀ। ਧਰਮ ਨਾਲ, ਹਾਲਾਂਕਿ ਧਰਮ ਦੀਆਂ ਜਿਹੜੀਆਂ ਆੜ ਦੇ ਵਿੱਚ ਇਸ ਨੂੰ ਧਾਰਮਿਕ ਭਾਵਨਾਵਾਂ ਨੂੰ ਐਕਸਪਲੋਇਟ ਜ਼ਰੂਰ ਕੀਤਾ ਜਾਂਦਾ ਵਾ ਜੀ, ਪਰ ਖਾਲਿਸਤਾਨ ਅੱਜ ਦੀ ਡੇਟ ਦੇ ਵਿੱਚ ਇੱਕ ਫੇਲਡ ਮੁੱਦਾ ਹੈਗਾ ਵਾ ਜੀ। ਇਹ ਇੱਕ ਫੇਲਡ ਮੁੱਦਾ ਹੈਗਾ ਵਾ ਤੇ ਉਸ ਕਰਕੇ ਮੈਨੂੰ ਇਹ ਲੱਗਦਾ ਵਾ ਵੀ ਇਹ ਸ਼ਰਾਰਤਪੂਰਨ ਹੈ ਤੇ ਇਹਦੇ ਲਈ ਅਕਾਲੀ ਦਲ ਦੱਸੇ ਕਿ ਵੀ ਕਿ ਉਹ ਇਸ ਦਾ ਸਮਰਥਨ ਕਰਦੇ ਹੈ ਕਿ ਇਹਦੇ ਅਗੇਂਸਟ ਨੇ। ਨੰਬਰ 1। ਨੰਬਰ 2, ਉਹਨਾਂ ਨੇ ਕਿਹਾ ਵੀ ਜੇ ਦੇ ਦਿੱਤਾ ਜਾਵੇਗਾ ਤੇ ਫਿਰ ਬੀਜੇਪੀ ਵੀ ਇਹ ਦੱਸੇ ਵੀ ਕੀ ਕੋਈ ਇਹੋ ਜਿਹੀ ਕੋਈ ਕਨਸਪੀਰੇਸੀ ਹੋ ਰਹੀ ਹੈ ਕਿ ਜਿਹਦੇ ਵਿੱਚ ਪੰਜਾਬ ਨੂੰ ਅਨੈਕਸ ਕੀਤਾ ਜਾਵੇ ਜਾਂ ਪੰਜਾਬ 'ਚ ਖਾਲਿਸਤਾਨ ਦੀ ਮੂਵਮੈਂਟ ਨੂੰ ਜਿਹੜਾ ਵਾ ਖੜਾ ਕਰਕੇ ਔਰ ਉਸ ਨੂੰ ਖਾਲਿਸਤਾਨ ਡਿਕਲੇਅਰ ਕੀਤਾ ਜਿਹੜੀ ਮੰਗ ਹੈਗੀ ਹੈ ਰਮਨ ਜੀ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿ ਉਹ ਕਹਿੰਦੇ ਕਿ ਹਾਂ ਜੇ ਸਾਨੂੰ ਮਿਲ ਜਾਵੇ ਤਾਂ ਠੀਕ ਹੈ, ਇਸ ਤਰ੍ਹਾਂ ਤਾਂ ਕਦੇ ਮਿਲਦਾ ਨਹੀਂ ਹੁੰਦਾ ਕੁਝ ਵੀ। ਜੇ ਕੋਈ ਦਿੰਦਾ ਦੇਣ ਲਈ ਤਿਆਰ ਹੈ ਜਾਂ ਕੋਈ ਲੈ ਰਿਹਾ ਹੈ, ਇਹ ਕੀ ਗੱਲਬਾਤ ਹੈਗੀ ਇਸ ਦੇ ਵਿੱਚ? ਸਰ ਇਹਦੇ ਪਿੱਛੇ ਇਹੀ ਤਾਂ ਮੈਂ ਗੱਲ ਕਹਿ ਰਿਹਾ ਵੀ ਇੰਨਾ ਕਿਉਂਕਿ ਹਿੰਦੁਸਤਾਨ ਜਦ ਦਾ ਬਣਿਆ ਜੀ, ਕੋਈ ਵੀ ਇੱਕ ਸੂਬਾ ਜਾਂ ਕੋਈ ਵੀ ਇੱਕ ਪ੍ਰਾਂਤ ਕਦੀ ਵੀ ਅਨੈਕਸ ਨਹੀਂ ਹੋਇਆ। ਪੰਜਾਬ ਦੀ ਜਿਹੜੀ ਹਿੰਦੁਸਤਾਨ ਦੀ ਜਿਹੜੀ ਸੋਵਰੈਨਿਟੀ ਹੈ ਔਰ ਯੂਨਿਟੀ ਹੈ ਉਹ ਇੰਟੈਕਟ ਰਹੀ ਹੈ 1947 ਤੋਂ ਲੈ ਕੇ ਅੱਜ ਤੱਕ। ਇਨਫੈਕਟ ਇਹਦੇ ਵਿੱਚ ਜਿਹੜੀਆਂ ਸਟੇਟਾਂ ਜੋੜੀਆਂ ਤਾਂ ਗਈਆਂ ਵਾ ਪਰ ਸੈਪਰੇਟ ਕੋਈ ਨਹੀਂ ਹੋਈ। ਮੈਂ ਇਹ ਗੱਲ ਕਰਦਾ ਮੈਂ ਵੀ ਇਹ ਸਾਰਿਆਂ ਨਾਲੋਂ ਵੱਡਾ ਕੁਐਸਚਨ ਮਾਰਕ ਅਕਾਲੀ ਦਲ ਤੇ ਹੈ ਕਿਉਂਕਿ ਇਹ ਸਭ ਨੂੰ ਪਤਾ ਹੈ ਕਿ ਮੌਜੂਦਾ ਜਥੇਦਾਰ ਅਕਾਲੀ ਦਲ ਵੱਲੋਂ ਥੋਪੇ ਗਏ ਹੋਏ ਨੇ ਔਰ ਇਹ ਪੇੜ ਜਥੇਦਾਰ ਨੇ। ਇਹਨਾਂ ਤੋਂ ਇਸ ਤਰ੍ਹਾਂ ਦਾ ਬਿਆਨ ਜਿਹੜਾ ਵਾ ਆਣਾ ਬੜਾ ਮੰਦਭਾਗਾ ਵਾ। ਰਮਨ ਜੀ, ਤੁਸੀਂ ਸਰਵਉੱਚਤਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਇੱਕ ਤਰ੍ਹਾਂ ਨਾਲ ਚੁਣੌਤੀ ਦੇ ਰਹੇ ਹੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਤੇ ਸਿੱਖ ਧਰਮ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਰਵਉੱਚ ਮੰਨਿਆ ਜਾਂਦਾ ਹੈ। ਮੈਂ ਬਿਲਕੁਲ ਇਸੇ ਗੱਲ ਕਰਕੇ ਕਹਿ ਰਿਹਾ ਮੈਂ ਕਿ ਵੀ ਮੈਨੂੰ ਅਕਾਲੀ ਦਲ ਦੀ ਜਿਹੜੀ ਇਸ ਦੇ ਪਿੱਛੇ ਕੋਈ ਸੋਚੀ ਸਮਝੀ ਸਾਜ਼ਿਸ਼, ਕਿਉਂਕਿ ਪਹਿਲਾਂ ਵੀ ਇਹਨਾਂ ਨੇ ਕਦੀ 1-2 ਵਾਰੀ ਇਹੋ ਜਿਹੇ ਬਿਆਨ ਦਿੱਤੇ ਨੇ ਜਿਹੜੇ ਕਿ ਪੋਲੀਟੀਕਲ ਨੇਚਰ ਦੇ ਹੈਗੇ ਨੇ, ਜਿਹਦੇ ਨਾਲ ਪੋਲੀਟੀਕਲ ਕੰਟਰੋਵਰਸੀ ਹੋਈ ਹੈ। ਮੇਰਾ ਇਹ ਵੀ ਲੱਗਦਾ ਹੈ ਕਿ ਵੀ ਇਹ ਵਾਲਾ ਵੀ ਬਿਆਨ ਸ਼ਾਇਦ ਉਸੇ ਕੜੀ ਦਾ ਪਾਰਟ ਹੈ ਪਰ ਅਕਾਲੀ ਦਲ ਨੂੰ ਇਸ ਦੇ ਬਾਰੇ ਆ ਕੇ ਕਿਉਂਕਿ ਖਾਲਿਸਤਾਨ ਜਿਹੜਾ ਵਾ ਇਹ ਪੋਲੀਟੀਕਲ ਇਸ਼ੂ ਹੈਗਾ ਵਾ, ਇਸ ਪੋਲੀਟੀਕਲ ਇਸ਼ੂ ਤੇ ਆ ਕੇ ਇਹਨਾਂ ਨੂੰ ਜ਼ਰੂਰ ਆਪਣਾ ਇਹ ਬਿਆਨ ਸਪਸ਼ਟ ਕਰਨਾ ਚਾਹੀਦਾ ਵਾ ਕਿ ਕੀ ਇਹ ਜਿਹੜਾ, ਕਿਉਂਕਿ ਮੈਨੂੰ ਇਹ ਵੀ ਲੱਗਦਾ ਹੈਗਾ ਵਾ ਕਿ ਵੀ ਜਿਸ ਤਰ੍ਹਾਂ ਉਹ ਕੁਐਸਚਨ ਪੁੱਛਿਆ ਗਿਆ ਉਹ ਕੁਐਸਚਨ ਬਿਲਕੁਲ ਸਟੈਬਨ ਤੌਰ ਤੇ ਪੁੱਛਿਆ ਗਿਆ, ਮਤਲਬ ਬਿਲਕੁਲ ਪਰ ਉਹਨਾਂ ਨੇ ਵੀ ਬੜਾ ਕੈਜੂਅਲੀ ਇਹਦਾ ਜਵਾਬ ਦਿੱਤਾ। ਮੈਨੂੰ ਲੱਗਦਾ ਵਾ ਕਿ ਵੀ ਉਹ ਇਹ ਗੱਲਾਂ ਇਸ ਟਾਈਮ ਇਹਨਾਂ ਨੂੰ ਅਵੋਇਡ ਕਰਨੀਆਂ ਚਾਹੀਦੀਆਂ ਸੀਗੀਆਂ। ਅੱਜ ਦਾ ਦਿਨ ਜਿਹੜਾ ਹੈਗਾ ਵੈਸੇ ਹੀ ਥੋੜਾ ਜਿਹਾ ਇਮੋਸ਼ਨਲ ਹੈਗਾ ਵਾ
ਜਿਹੜੇ ਹਰਮੰਦਰ ਸਾਹਿਬ ਦੀ ਜਿਹੜੀ ਮਰਿਆਦਾ ਦੇ ਵਿੱਚ ਔਰ ਹਰਮੰਦਰ ਸਾਹਿਬ 'ਚ ਜਿਹੜਾ ਯਕੀਨ ਰੱਖਦੇ ਨੇ ਔਰ ਇਹ ਗੱਲਾਂ ਇਹ ਹਿਸਟਰੀ ਦੇ ਫੈਕਟਸ ਨੇ ਤੇ ਇਸ ਟਾਈਮ ਇੰਨੀ ਉੱਚ ਸੰਸਥਾ ਦੇ ਬੈਠ ਕੇ ਉਹਨਾਂ ਨੂੰ ਆਪਣੀ ਮਰਿਆਦਾ ਭੁੱਲਣੀ ਨਹੀਂ ਚਾਹੀਦੀ, ਸਗੋਂ ਉਹਨਾਂ ਨੂੰ ਅੱਜ ਦੀ ਡੇਟ 'ਚ ਤਾਂ ਆਪਣਾ ਰਿਜ਼ਰਵਡ ਔਰ ਜਿਹੜੀ ਆਪਣੀ ਜਿਹੜੀ ਹੈ ਲੋਕਾਂ ਨੂੰ ਕੋਈ ਡਾਇਰੈਕਸ਼ਨ ਦੇਣੀ ਚਾਹੀਦੀ ਹੈ ਜਿਹਦੇ 'ਚ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੀ ਜਿਹੜੀ ਹੈ ਜਿਹੜੀ ਪੀਸ ਹੈਗੀ ਆ ਉਹ ਡਿਸਟਰਬ ਨਾ ਹੋਵੇ। ਬਹੁਤ ਧੰਨਵਾਦ ਰਮਨ ਸੁਬਰਾਮਨੀਅਮ ਜੀ ਗੱਲਬਾਤ ਕਰਨ ਦੇ ਲਈ। ਸੋ ਕਾਂਗਰਸ ਦੇ ਵੱਲੋਂ ਇਸ ਬਿਆਨ ਨੂੰ ਗਲਤ ਦੱਸਿਆ ਗਿਆ ਹੈ ਕਿ ਸਿੰਘ ਸਾਹਿਬ ਨੂੰ ਇਸ ਤਰ੍ਹਾਂ ਦਾ ਬਿਆਨ ਨਹੀਂ ਦੇਣਾ ਚਾਹੀਦਾ ਸੀਗਾ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ, ਜਿਸ ਤੋਂ ਬਾਅਦ ਕਾਂਗਰਸ ਦੇ ਵੱਲੋਂ ਵੀ ਇਸ ਤੇ ਪ੍ਰਤੀਕਰਮ ਆਇਆ ਹੈ। ਪਰ ਵੱਡੀ ਗੱਲ ਇਹ ਹੈ ਕਿ ਜਿਸ ਢੰਗ ਦੇ ਨਾਲ ਸਿੰਘ ਸਾਹਿਬ ਨੇ ਕਿਹਾ ਕਿ ਜੇ ਸਾਨੂੰ ਖਾਲਿਸਤਾਨ ਮਿਲਦਾ ਹੈ ਤਾਂ ਚੰਗੀ ਗੱਲ ਹੈ, ਅੰਨਾ ਕੀ ਭਾਲੇ ਦੋ ਅੱਖਾਂ, ਮਤਲਬ ਸਾਨੂੰ ਜ਼ਰੂਰਤ ਹੈਗੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਨੇ ਇਹ ਕਿਹਾ ਕਿ ਖਾਲਿਸਤਾਨ ਦੀ ਸਾਨੂੰ ਜ਼ਰੂਰਤ ਹੈਗੀ ਹੈ। ਇਸੇ ਕਰਕੇ ਕਹਾਵਤ ਬਣੀ ਹੁੰਦੀ ਹੈ ਕਿ ਅੰਨਾ ਕੀ ਭਾਲੇ ਦੋ ਅੱਖਾਂ। ਸਭ ਤੋਂ ਵੱਡੀ ਜ਼ਰੂਰਤ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਅੰਨਾ ਹੋਵੇ, ਉਸ ਦੀਆਂ ਅੱਖਾਂ ਨਾ ਹੋਣ, ਉਹ ਨਾ ਦੇਖ ਸਕਦਾ ਹੋਵੇ ਤੇ ਉਹ ਅੱਖਾਂ ਚਾਹੁੰਦਾ ਹੁੰਦਾ ਹੈ। ਇਸੇ ਤਰ੍ਹਾਂ ਖਾਲਿਸਤਾਨ ਹੈ ਕਿ ਸਾਨੂੰ ਖਾਲਿਸਤਾਨ ਦੀ ਜ਼ਰੂਰਤ ਹੈਗੀ ਹੈ। ਸਾਡੇ ਨਾਲ ਭਾਈ ਗੁਰਚਰਨ ਸਿੰਘ ਗਰੇਵਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਜੁੜ ਚੁੱਕੇ ਨੇ ਇਸ ਵੇਲੇ। ਗਰੇਵਾਲ ਸਾਹਿਬ, ਜਿਸ ਤਰੀਕੇ ਦੇ ਨਾਲ ਅੱਜ ਘੱਲੂਘਾਰਾ ਦਿਵਸ ਮਨਾਇਆ ਜਾ ਰਿਹਾ ਹੈ, 36 ਸਾਲ ਹੋ ਗਏ ਨੇ ਆਪਰੇਸ਼ਨ ਬਲੂ ਸਟਾਰ ਨੂੰ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਅੱਜ ਉਸ ਦੀ ਬਰਸੀ ਹੈ, ਉਹਨਾਂ ਦਿਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਪਰ ਅੱਜ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਇੱਕ ਬਿਆਨ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਜੇ ਸਾਨੂੰ ਖਾਲਿਸਤਾਨ ਮਿਲਦਾ ਹੈ ਤਾਂ ਅਸੀਂ ਉਸ ਦਾ ਸਵਾਗਤ ਕਰਾਂਗੇ। ਫਸਟ ਰਿਐਕਸ਼ਨ ਕੀ ਹੈ ਐਜ਼ ਏ ਸ਼੍ਰੋਮਣੀ ਕਮੇਟੀ ਮੈਂਬਰ ਵੀ, ਤੇ ਤੁਸੀਂ ਅਕਾਲੀ ਦਲ ਨਾਲ ਵੀ ਜੁੜੇ ਹੋਏ ਹੋ? ਕਿ ਅੱਜ ਸੰਤ ਬਾਬਾ ਜਨਾਬ ਸਿੰਘ ਖਾਲਸਾ ਪਿੰਡਰਾਂ ਵਾਲੇ, ਭਾਈ ਬਰੀਕ ਸਿੰਘ ਜੀ, ਬਾਬਾ ਠਾਰਾ ਸਿੰਘ, ਜਨਰਲ ਸੁਖਬੀਰ ਸਿੰਘ ਤੇ ਹੋਰ ਅਨੇਕ ਸਿੰਘ ਸਿੰਘਣੀਆਂ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਆ ਇਹ ਦਰਬਾਰ ਸਾਹਿਬ ਦੇ ਉਸ 84 ਦੇ ਜੂਨ 84 ਦੇ ਘੱਲੂਘਾਰੇ ਵਿੱਚ ਜੀ, ਉਹਨਾਂ ਦਾ ਆਪਾਂ ਦਿਨ ਮਨਾਇਆ। ਇਹ ਜਿਹੜਾ ਪ੍ਰੋਗਰਾਮ ਹੈ ਇਹ ਕੋਈ ਖਾਲਿਸਤਾਨ ਬਣਾਉਣ ਜਾਂ ਨਾ ਬਣਾਉਣ ਦਾ ਮੁੱਦਾ ਨਹੀਂ ਸੀਗਾ ਜੀ, ਇਹ ਨਾ ਹੀ ਹੈਗਾ। ਜਦੋਂ ਕੋਈ ਪ੍ਰੈਸ ਵਾਲਾ ਸਵਾਲ ਪੁੱਛਦਾ ਹੈ, ਸ਼੍ਰੀ ਅਕਾਲ ਤਖਤ ਸਾਹਿਬ ਆਪਣੇ ਆਪ ਦੇ ਵਿੱਚ ਇੱਕ ਆਜ਼ਾਦ ਹਸਤੀ ਹੈ ਜੀ, ਉਹ ਆਪਣੇ ਵਿਚਾਰ ਮੁਤਾਬਕ ਕੁਝ ਵੀ ਕਹਿ ਸਕਦੇ ਆ ਜੀ। ਪਰ ਇਹ ਜਿਹੜਾ ਕੋਈ ਪ੍ਰੋਗਰਾਮ ਸੀਗਾ, ਇਹ ਪ੍ਰੋਗਰਾਮ ਕੋਈ ਖਾਲਿਸਤਾਨ ਬਣਾਉਣ ਜਾਂ ਨਾ ਬਣਾਉਣ ਦਾ ਪ੍ਰੋਗਰਾਮ ਏਜੰਡਾ ਲੈ ਕੇ ਨਹੀਂ ਸੀਗਾ ਜੀ। ਉਹ ਪ੍ਰੈਸ ਨੇ ਜਿਹੜਾ ਸਵਾਲ ਪੁੱਛਿਆ, ਮੈਂ ਭਾਵੇਂ ਕਿ ਜਥੇਦਾਰ ਸਾਹਿਬ ਦਾ ਬੁਲਾਰਾ ਨਹੀਂ ਹੈ ਜਾਂ ਮੈਂ ਉਹਨਾਂ ਦੀ ਗੱਲ ਤੇ ਟਿੱਪਣੀ ਨਹੀਂ ਕਰ ਸਕਦਾ ਜੀ, ਪਰ ਮੈਂ ਤਾਂ ਇਹ ਵੀ ਗੱਲ ਕਹਿਣਾ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਵੀ ਕਦੇ ਨਹੀਂ ਚਾਹੁੰਦਾ ਖਾਲਿਸਤਾਨ ਬਣਾਉਣਾ। ਉਹੀ ਗੱਲ ਸਿੰਘ ਸਾਹਿਬ ਨੇ ਕਹੀ ਹੈ, ਜਿਹੜੀ ਗੱਲ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਨੂੰ ਜਦੋਂ ਪੁੱਛਿਆ ਗਿਆ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਜੇ ਮਿਲ ਜਾਵੇ ਤਾਂ ਠੀਕ ਹੈ, ਜੇ ਕੋਈ ਦਿੰਦਾ ਹੈ ਤਾਂ ਲੈ ਲਾਂਗੇ। ਉਹੀ ਗੱਲ ਅੱਜ ਸਿੰਘ ਸਾਹਿਬ ਨੇ ਰਿਪੀਟ ਕੀਤੀ ਹੈ। ਮੈਂ ਉਹੀ ਗੱਲ ਕਰਦਾ ਨਾ ਜੀ ਕਿ ਅੱਜ ਦਾ ਪ੍ਰੋਗਰਾਮ ਕੋਈ ਖਾਲਿਸਤਾਨ ਦਾ ਏਜੰਡੇ ਵਾਲਾ ਪ੍ਰੋਗਰਾਮ ਨਹੀਂ ਸੀ। ਉਹਦਾ ਪ੍ਰੈਸ ਵਾਲਿਆਂ ਨੇ ਜੇ ਕੋਈ ਸਵਾਲ ਕੀਤਾ ਹੋਏਗਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਆਪਣੇ ਆਪ ਨੂੰ ਯਾਦ ਕੀ ਇਹ ਮੰਗ ਹੈ ਗਰੇਵਾਲ ਸਾਹਿਬ, ਕੀ ਇਹ ਮੰਗ ਹੈ ਖਾਲਿਸਤਾਨ ਦੀ ਹਾਲੇ ਵੀ ਉਸੇ ਤਰ੍ਹਾਂ ਪੈਂਡਿੰਗ ਹੈ ਮੰਗ? ਦੇਖੋ ਵੱਖ-ਵੱਖ ਤਰ੍ਹਾਂ ਜਿਹੜੀਆਂ ਜਥੇਬੰਦੀਆਂ ਵੱਖ-ਵੱਖ ਵਿਚਾਰਧਾਰਾ ਨਾਲ ਸੰਬੰਧਿਤ ਨੇ, ਸੋ ਉਹ ਜਿਸ ਤਰ੍ਹਾਂ ਦੀ ਮੰਗ ਉਠਾਉਂਦੀਆਂ, ਸਰਦਾਰ ਸਿਮਰਜੀਤ ਸਿੰਘ ਮਾਨ ਦੀ ਜਥੇਬੰਦੀ ਕਹਿੰਦੇ ਆ ਕਿ ਅਸੀਂ ਸੰਵਿਧਾਨ ਦੇ ਅਧੀਨ ਰਹਿ ਕੇ ਇਹ ਕੋਈ ਅਸੀਂ ਜੁਰਮ ਨਹੀਂ ਹੈਗਾ, ਅਸੀਂ ਖਾਲਿਸਤਾਨ ਦੀ ਮੰਗ ਕਰ ਸਕਦੇ ਹਾਂ ਜੀ। ਜਿਹੜੇ ਦੂਸਰੇ ਹੋਰ ਗਰੁੱਪ ਨੇ ਉਹ ਨਹੀਂ ਅਸੀਂ ਰੈਫਰੈਂਡਮ 2020 ਵਿੱਚ ਇਹੀ ਹੈ, ਰੈਫਰੈਂਡਮ 2020 ਜਿਹੜਾ ਹੈ ਉਹਦੇ ਵਿੱਚ ਵੀ ਇਹੀ ਮੰਗ ਹੈ। ਚਲੋ ਮੈਂ ਤਾਂ ਹੀ ਕਿਹਾ ਨਾ ਜੀ, ਵੱਖ-ਵੱਖ ਜਥੇਬੰਦੀਆਂ ਆਪੋ ਆਪਣੇ ਵਿਚਾਰ ਰੱਖਦੀਆਂ ਨੇ, ਆਜ਼ਾਦ ਹਸਤੀ ਨੇ, ਉਹ ਕੋਈ ਗੱਲ ਕਰ ਸਕਦੀਆਂ ਨੇ। ਪਰ ਅੱਜ ਦਾ ਜਿਹੜਾ ਪ੍ਰੋਗਰਾਮ ਆ ਇਹ ਕੋਈ ਖਾਲਿਸਤਾਨ ਬਣਾਉਣ ਦੇ ਏਜੰਡੇ ਨੂੰ ਲੈ ਕੇ ਪ੍ਰੋਗਰਾਮ ਨਹੀਂ ਸੀ। ਇਹ ਤਾਂ ਸ਼ਹੀਦਾਂ ਨੂੰ ਨਤਮਸਤਕ ਹੋਣ ਵਾਸਤੇ ਇਹ ਜਿਹੜਾ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ। ਖਾਲਿਸਤਾਨ ਜ਼ਿੰਦਾਬਾਦ ਦੇ ਵੀ ਨਾਰੇ ਲੱਗੇ ਨੇ, ਹਰ ਵਾਰ ਲੱਗਦੇ ਨੇ। ਦੇਖੋ ਅਸੀਂ ਬੇਨਤੀ ਕਰਦੇ ਹਾਂ ਹਮੇਸ਼ਾ, ਪਰ ਮੈਂ ਇੱਕ ਗੱਲ ਰਾਣਾ ਜੀ ਤੁਹਾਡੇ ਦੁਆਰਾ ਮੈਂ ਸੰਗਤ ਨੂੰ ਇਹ ਬੜੀ ਖੁਸ਼ੀ ਦਾ ਪ੍ਰਗਟਾਵਾ ਕਰਨਾ ਚਾਹੁੰਦਾ ਕਿ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਆ। ਮੈਂ ਸਮਝਦਾ ਕਿ 36 ਸਾਲ ਤੋਂ ਬਾਅਦ ਅੱਜ ਦਾ ਜਿਹੜਾ ਸਮਾਗਮ ਸੀਗਾ ਇਹ ਕਿਸੇ ਵੀ ਰੌਲੇ ਰੱਪੇ ਜਾਂ ਕਿਸੇ ਆਪਸੀ ਸਿੱਖਾਂ ਦੇ ਟਕਰਾਅ ਤੋਂ ਬਗੈਰ ਨੇਪਰੇ ਚੜਿਆ। ਗੁਰੂ ਨੇ ਕਿਰਪਾ ਕੀਤੀ ਆ। ਅਸੀਂ ਬੇਨਤੀ ਕੀਤੀ ਜੋੜ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧਕੀ ਜਿਹੜਾ ਕੰਮ ਕਰਦੀ ਆ, ਅਸੀਂ ਕਿਹਾ ਸੀਗਾ ਵੀ ਕਿਸੇ ਤਰ੍ਹਾਂ ਦਾ ਵੀ ਹੁਲੜਬਾਜ਼ੀ ਜਿਹੜੀ ਹੈ ਅਕਾਲ ਤਖਤ ਸਾਹਿਬ ਤੇ ਨਾ ਕੀਤੀ ਜਾਵੇ। ਸੋ ਬੜੇ ਚੰਗੇ ਮਾਹੌਲ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਬੜਾ ਚੰਗਾ ਵਿਚਾਰ ਦਿੱਤਾ। ਉਹਨਾਂ ਨੇ ਕਿਹਾ ਕਿ ਨੀਤੀ ਬਣਾਉਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਨੀਅਤ ਸਾਡੀ ਹੋਣੀ ਚਾਹੀਦੀ ਆ। ਸੋ ਸਿੱਖ ਜਿਹੜੇ ਆ ਇਹ ਜੁੜਮੈਲ ਸਾਹਿਬ, ਇੱਕ ਸਵਾਲ ਹੈ ਕਿ ਭਾਰਤੀ ਸਰਕਾਰ ਤੇ, ਚਾਹੇ ਪਾਰਟੀ ਕੋਈ ਵੀ ਹੋਵੇ, ਭਾਰਤੀ ਸਰਕਾਰ ਤੇ ਅਕਾਲ ਤਖਤ ਸਾਹਿਬ ਜਥੇਦਾਰ ਨੇ ਕਿਹਾ ਕਿ 36 ਸਾਲ ਹੋ ਗਏ ਨੇ, ਕੋਈ ਸਿੱਖਾਂ ਦੇ ਨਾਲ ਕੋਈ ਚੰਗਾ ਬਿਹੇਵ ਜਿਹੜਾ ਵਿਤਕਰਾ ਵਾਲਾ ਬਿਹੇਵ ਉਹਨਾਂ ਨੇ ਕਿਹਾ ਹੈ ਕਿ ਉਦਾਂ ਦਾ ਹੀ ਹਾਲੇ ਵੀ ਹੋ ਰਿਹਾ ਹੈ।
ਦੇਖੋ ਮੈਂ ਇਹ ਗੱਲ ਸਮਝਦਾ ਕਿ ਪਿਛਲੇ ਸਮੇਂ ਦੇ ਅੰਦਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੇ ਜੋ ਕਿਨਾਂ ਗੱਲਾਂ ਕੀਤੀਆਂ ਨੇ ਜੋ ਸੰਦੇਸ਼ ਦਿੱਤੇ ਨੇ ਉਹ ਸੰਤਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਦਿੱਤੇ ਨੇ ਜੀ। ਤੇ ਵਾਕਈ ਇਸ ਵਿੱਚ ਕੋਈ ਸ਼ੱਕ ਨਹੀਂਗਾ ਕਿ ਜੋ ਵੀ ਦਿੱਲੀ ਦੇ ਅੱਜ ਤੱਕ ਆਏ ਨੇ ਉਹਨਾਂ ਦੀ ਮਨ ਦੀ ਭਾਵਨਾ ਮੈਂ ਇਹ ਗੱਲ ਕਹਿਣ 'ਚ ਕੋਈ ਗਰੇਜ ਨਹੀਂ ਕਰਦਾ ਕਿ ਰਾਜਨੀਤਿਕ ਮਜਬੂਰੀਆਂ ਕਰਕੇ ਸਾਡੇ ਹੱਕ ਤੇ ਸਾਡੀ ਹਮਾਇਤ ਦੇ ਵਿੱਚ ਸਾਡੇ ਨਾਲ ਹੋਏ ਧੱਕਿਆਂ ਦੇ ਖਿਲਾਫ ਉਹਨਾਂ ਨੇ ਸਾਡੀ ਗੱਲ ਕੀਤੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ। ਇਹਨੂੰ ਕਾਂਗਰਸੀ ਕਹਿ ਰਹੇ ਨੇ ਕਿ ਅਕਾਲੀ ਦਲ ਨੂੰ ਹੁਣ ਸਪਸ਼ਟ ਕਰਨਾ ਚਾਹੀਦਾ ਹੈ ਕਿ ਸਿੰਘ ਸਾਹਿਬ ਦੀ ਗੱਲ ਦਾ ਉਹ ਸਮਰਥਨ ਕਰਨਗੇ ਨਹੀਂ ਕਰਨਗੇ। ਪਾਰਟੀਆਂ ਇੱਕੋ ਹੀ ਨੇ, ਭਾਜਪਾ ਨਾਲ ਅਲਾਇੰਸ ਵੀ ਆ, ਬਹੁਤ ਕੁਝ ਸੈਂਟਰ ਦੇ ਵਿੱਚ ਹੁਣ ਐਨਡੀਏ ਦੀ ਸਰਕਾਰ ਵੀ ਹੈ, ਕਈ ਗੱਲਾਂ ਨੇ ਗਰੇਵਾਲ ਸਾਹਿਬ। ਮੈਂ ਰਾਣਾ ਜੀ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਕਿ ਜੇ ਅਕਾਲੀ ਦਲ ਦਾ ਸਮਝੌਤਾ ਸੀ ਭਾਰਤੀ ਜਨਤਾ ਪਾਰਟੀ ਨਾਲ ਤਾਂ ਹੀ ਦਿੱਲੀ ਦੇ ਅੰਦਰ ਜੋ ਸਿੱਖਾਂ ਦਾ ਕਤਲੇਆਮ ਹੋਇਆ, ਉਸ ਕਤਲੇਆਮ ਦੇ ਦੋਸ਼ੀ ਜਿਹੜੇ ਘਰੀ ਬੈਠੇ ਸਨ ਤੇ ਚਾਂਗਰਾ ਮਾਰਦੇ ਸੀ ਉਹ ਅੱਜ ਜੇਲ੍ਹਾਂ ਦੇ ਅੰਦਰ ਨੇ ਤੇ ਹੋਰ ਕਿੰਨੇ ਸੈਂਕੜੇ ਕੇਸ ਜਿਹੜੇ ਆ ਉਹ ਦਬੇ ਜਾ ਚੁੱਕੇ, ਖਤਮ ਕਰ ਦਿੱਤੇ ਜਾ ਚੁੱਕੇ ਸਨ, ਉਹ ਦੁਬਾਰਾ ਖੁੱਲੇ ਨੇ। ਹੋਰ ਵੀ ਬੜੀਆਂ ਐਸੀਆਂ ਗੱਲਾਂ ਨੇ, ਸਾਡੇ ਕਰਤਾਰਪੁਰ ਸਾਹਿਬ ਦਾ ਲਾਂਘਾ ਆ ਗਿਆ, ਹੋਰ ਬੜੇ ਸਾਰੇ ਨੇ ਜੇ ਵਿਚਾਰ ਵਿੱਚ ਕਹੀਏ। ਉਹ ਭਾਵੇਂ ਕਿ ਉਹ ਲੋਕਾਂ ਨੇ ਆਪਦੇ ਮਨ ਦੀ ਕਹਿੰਦੇ ਆ ਸਾਡੇ ਪ੍ਰਤੀ ਉਹ ਮਨਸ਼ਾ ਨਹੀਂ ਹੈਗੀ, ਪਰ ਫਿਰ ਵੀ ਰਾਜਨੀਤਿਕ ਮਜਬੂਰੀਆਂ ਕਰਕੇ ਉਹਨਾਂ ਨੇ ਸਿੱਖਾਂ ਦੇ ਹੱਕ ਦੇ ਵਿੱਚ ਖੜਨ ਦਾ ਜੋ ਫੈਸਲਾ ਤਾਂ ਜ਼ਰੂਰ ਕੀਤਾ। ਪਰ ਅੱਜ ਇਹ ਕਹੀਏ ਵੀ ਮਨ ਦੀ ਭਾਵਨਾ ਕਰਕੇ ਜੋ ਸਿੱਖਾਂ ਨਾਲ ਧੱਕਾ ਹੋਇਆ ਜਾਂ ਜਿਹੜਾ 84 ਦਾ ਜਿਹੜਾ ਸਾਕਾ ਵਾਪਰਿਆ, ਦਿਲ ਤੋਂ ਲੈ ਕੇ ਉਸ ਗੱਲ ਲਈ ਅਫਸੋਸ ਪ੍ਰਗਟ ਕਰਨ ਵਾਲਾ ਦਿੱਲੀ ਤੇ ਅੱਜ ਵੀ ਕੋਈ ਨਹੀਂ ਹੈ। ਜੀ ਚਲੋ ਬਹੁਤ ਧੰਨਵਾਦ ਗਰੇਵਾਲ ਸਾਹਿਬ, ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ। ਸੋ ਸਿੰਘ ਸਾਹਿਬ ਦੇ ਬਿਆਨ ਤੋਂ ਬਾਅਦ ਅਕਾਲੀ ਦਲ ਦਾ ਵੀ ਰਿਐਕਸ਼ਨ ਆ ਰਿਹਾ ਹੈ, ਜਿਸ ਤਰੀਕੇ ਦੇ ਨਾਲ ਕਾਂਗਰਸ ਦਾ ਵੀ ਰਿਐਕਸ਼ਨ ਆਇਆ ਹੈ। ਤੁਹਾਨੂੰ ਇੱਕ ਵਾਰੀ ਫੇਰ ਸੁਣਾਉਂਦੇ ਹਾਂ ਹੂਬਹੂ ਜੋ ਸਿੰਘ ਸਾਹਿਬ ਨੂੰ ਪੁੱਛਿਆ ਗਿਆ ਪੱਤਰਕਾਰਾਂ ਦੇ ਵੱਲੋਂ ਤੇ ਜੋ ਜਵਾਬ ਦਿੱਤਾ ਸਿੰਘ ਸਾਹਿਬ ਨੇ। ਕੀ ਜਵਾਬ ਦਿੱਤਾ, ਕੀ ਸਵਾਲ ਸੀਗਾ, ਉਹ ਸੁਣ ਲਿਓ ਪਹਿਲਾਂ। ਜੇ ਸਾਨੂੰ ਮਿਲ ਜੇ ਤੇ ਅੰਨਾ ਕੀ ਭਾਲੀ ਚਾਰ ਅੱਖਾਂ ਜੇ ਸਾਨੂੰ ਮਿਲ ਜੇ ਤੇ ਅੰਨਾ ਕੀ ਭਾਲੀ ਚਾਰ ਅੱਖਾਂ ਜੇ ਸਾਨੂੰ ਮਿਲ ਜੇ ਤੇ ਅੰਨਾ ਕੀ ਭਾਲੀ ਚਾਰ ਅੱਖਾਂ ਸਮਾਗਮ ਦੇ ਦੌਰਾਨ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲੱਗ ਜਾਂਦੇ ਨੇ, ਕੀ ਇਹ ਜਾਇਜ਼ ਹੈ? ਦੇਖੋ ਕੌਮ ਦੇ ਅੰਦਰ ਜੋਸ਼ ਹੈਗਾ, ਉਸ ਜੋਸ਼ ਨੂੰ ਪ੍ਰਗਟ ਕਰਨ ਦੇ ਲਈ ਸਮਾਗਮ ਦੀ ਸਮਾਪਤੀ ਤੋਂ ਬਾਅਦ ਜੇ ਕੋਈ ਨਾਰੇ ਲਾਉਂਦਾ ਮੈਂ ਇਹਨੂੰ ਜਿਹੜਾ ਹੈ ਉਹ ਗਲਤ ਨਹੀਂ ਕਹਿੰਦਾ, ਲੇਕਿਨ ਸਮਾਗਮ ਦੇ ਦੌਰਾਨ ਜਿਹੜਾ ਹੈ ਨਾਰੇ ਲਾ ਕੇ ਉਹਨੂੰ ਜਿਹੜਾ ਵਿਘਨ ਪਾਉਣਾ ਇਹ ਠੀਕ ਨਹੀਂ ਹੈ। ਬਾਅਦ ਦੇ ਵਿੱਚ ਕੋਈ ਅਗਰ ਨੌਜਵਾਨ ਸਾਡੇ ਜੋਸ਼ 'ਚ ਆ ਕੇ ਲਾਉਂਦੇ ਆ ਤਾਂ ਮੈਂ ਇਹਨੂੰ ਜਿਹੜਾ ਬਿਲਕੁਲ ਵੀ ਗਲਤ ਨਹੀਂ ਕਹਿੰਦਾ। 36 ਸਾਲਾਂ ਦੀ ਦਿੱਲੀ ਆਈ ਹੈ। ਹਾਂਜੀ 36 ਸਾਲ ਹਮਲਾ ਜਿਹੜਾ ਹੋਇਆ ਸੀ 36 ਸਾਲਾਂ 'ਚ ਕੀ ਤਬਦੀਲੀ ਆਈ ਹੈ? 36 ਸਾਲਾਂ 'ਚ ਦੇਖੋ ਅੱਜ ਵੀ ਭਾਰਤੀ ਸਰਕਾਰ ਦੀ ਜਿਹੜੀ ਪੇਸ਼ਕਾਰੀ ਹੈ ਉਹ ਸਿੱਖ ਵਿਰੋਧੀ ਹੋਈ ਹੈ। ਜਿੰਨੀ ਪੇਸ਼ਕਾਰੀ ਹੁਣ ਤੱਕ ਹੋ ਰਹੀ ਹੈ ਇਹ ਸਿੱਖ ਵਿਰੋਧੀ ਹੈ। ਖਾਲਿਸਤਾਨ ਦੇ ਅੰਦਰ ਸਰਕਾਰ ਨੇ ਧਾਰਮਿਕ ਸਥਾਨ ਖੋਲ੍ਹਣ ਦਾ ਫੈਸਲਾ ਕੀਤਾ ਪਰ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਕੋਈ ਫੈਸਲਾ ਨਹੀਂ। ਦੇਖੋ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਧਾਰਮਿਕ ਸਥਾਨ ਖੋਲ੍ਹਣ ਦਾ, ਉਹਦਾ ਸਵਾਗਤ ਹੈ ਤੇ ਪੰਜਾਬ ਸਰਕਾਰ ਨੂੰ ਵੀ ਧਾਰਮਿਕ ਸਥਾਨ 8 ਤਰੀਕ ਨੂੰ ਖੋਲ੍ਹਣੇ ਚਾਹੀਦੇ ਆ। ਹਾਂਜੀ ਹੋ ਗਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿੱਥੇ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ, ਉੱਥੇ ਅਸੀਂ ਜੂਨ ਦੇ ਪਹਿਲੇ ਹਫ਼ਤੇ 1984 ਨੂੰ ਹੋਏ ਘੱਲੂਘਾਰੇ ਦੇ ਸਬੰਧ ਦੇ ਵਿੱਚ ਉਸ ਘੱਲੂਘਾਰੇ ਦੀ ਯਾਦ ਨੂੰ ਮਨਾਉਣ ਦੇ ਲਈ ਇਕੱਠੇ ਹੋਏ ਹਾਂ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਨੇ, ਉਪਰੰਤ ਦੀਵਾਨ ਹੋਏ ਨੇ, ਅਰਦਾਸ ਹੋਈ ਹੈ। ਮੈਂ ਸਭ ਤੋਂ ਪਹਿਲਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੀਆਂ ਸਮੂਹ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਗੁਰੂ ਖਾਲਸਾ ਪੰਥ ਨੂੰ ਵਧਾਈਆਂ ਦੇਣਾ। ਉੱਥੇ ਹੀ 6 ਜੂਨ 1984 ਨੂੰ ਜੋ ਦੁਖਾਂਤ ਵਾਪਰਿਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਹਿਤ 35-36 ਗੁਰਦੁਆਰੇ ਸਾਹਿਬਾਨ ਦੇ ਉੱਤੇ ਉਸ ਵਕਤ ਦੀ ਭਾਰਤੀ ਹਕੂਮਤ ਨੇ ਹਮਲਾ ਕੀਤਾ ਔਰ ਇਸ ਹਮਲੇ ਦੇ ਵਿੱਚ ਸਾਡੀ ਕੌਮ ਦੇ ਬਹੁਤ ਹੀ ਮਹਾਨ ਜਰਨੈਲ ਸੂਰਬੀਰ ਯੋਧੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ, ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਸ਼ਹੀਦ ਬਾਬਾ ਠਾਰਾ ਸਿੰਘ ਜੀ, ਸ਼ਹੀਦ ਜਰਨਲ ਸੁਬੇਗ ਸਿੰਘ ਜੀ, ਉਹਨਾਂ ਦੀ ਅਸੀਂ ਸ਼ਹੀਦੀ ਨੂੰ ਯਾਦ ਕਰਨ ਵਾਸਤੇ ਇਕੱਠੇ ਹੋਏ ਹਾਂ। ਇਹਨਾਂ ਦੇ ਨਾਲ ਹੀ ਬੇਅੰਤ ਸਿੰਘਾਂ ਸਿੰਘਣੀਆਂ ਬਜ਼ੁਰਗ ਬੱਚਿਆਂ ਨੇ ਇਸ ਦਿਨ ਦੇ ਉੱਤੇ ਸ਼ਹਾਦਤਾਂ ਜਿਹੜੀਆਂ ਉਹ ਦਿੱਤੀਆਂ।
ਸਿੱਖ ਮਾਨਸਿਕਤਾ ਦੇ ਉੱਤੇ ਇਹ ਹਮਲਾ ਸੀ ਜਿਹੜਾ 1984 ਦੇ ਵਿੱਚ ਹੋਇਆ ਔਰ ਇਹਦੀ ਪੀੜ ਜਿਹੜੀ ਹੈ ਇਹ ਰਹਿੰਦੀ ਦੁਨੀਆ ਤੱਕ ਸਿੱਖ ਕਦੇ ਭੁਲਾ ਨਹੀਂ ਸਕਣਗੇ। ਹਮੇਸ਼ਾ ਹੀ ਇਸ ਘੱਲੂਘਾਰੇ ਨੂੰ ਯਾਦ ਰੱਖਿਆ ਜਾਏਗਾ ਔਰ ਯਾਦ ਰੱਖਿਆ ਜਾਂਦਾ ਹੈ।